ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 12 ਤੋਂ ਉਮੀਦਵਾਰ ਸਹਿਬੀ ਆਨੰਦ ਨੂੰ ਹਾਈ ਕੋਰਟ ਤੋਂ ਰਿਲੀਫ ਮਿਲੀ ਹੈ। ਅੱਜ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਸਹਿਬੀ ਆਨੰਦ ਨੇ ਐਸਡੀਐਮ ਦਫ਼ਤਰ ਵਿਖੇ ਪੁੱਜ ਕੇ ਦੁਬਾਰਾ ਆਪਣੇ ਨੋਮੀਨੇਸ਼ਨ ਪੇਪਰ ਦਾਖਲ ਕੀਤੇ। ਇਸ ਮੌਕੇ ਉਹਨਾਂ ਦੇ ਐਡਵੋਕੇਟ ਹਰਨੀਤ ਸਿੰਘ ਓਬਰਾਏ ਨੇ ਦੱਸਿਆ ਕਿ ਉਹਨਾਂ ਨੇ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਦਾਖਲ ਕੀਤੀ ਸੀ, ਜਿਸ ਦੇ ਆਧਾਰ ਤੇ ਹਾਈ ਕੋਰਟ ਨੇ ਇਹ ਨੋਮੀਨੇਸ਼ਨ ਪੇਪਰ ਦੁਬਾਰਾ ਫਾਈਲ ਕਰਨ ਲਈ ਕਿਹਾ ਸੀ। ਹਾਲਾਂਕਿ ਇਸ ਕੇਸ ਦੀ ਸੁਣਵਾਈ ਹੁਣੇ 9 ਫਰਵਰੀ ਨੂੰ ਦੁਬਾਰਾ ਹੋਣੀ ਹੈ। ਚੇਤੇ ਰਹੇ ਕਿ ਬੀਤੇ ਕੱਲ ਸਹਿਬੀ ਆਨੰਦ ਦੇ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤੇ ਗਏ ਸਨ। ਇਸ ਦੀ ਵਜ੍ਹਾ ਉਹਨਾਂ ਦੇ ਨਾਮਜ਼ਦਗੀ ਕਾਗਜ਼ਾਂ ਤੇ ਪ੍ਰਪੋਜ਼ਲ ਦੇ ਦਸਖਤ ਨਾ ਹੋਣਾ ਦੱਸਿਆ ਗਿਆ ਸੀ। ਇਸ ਦੇ ਖਿਲਾਫ ਸਹਿਬੀ ਆਨੰਦ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਸਰ, ਮੇਰਾ ਨਾਮ ਹਰਨੀਤ ਸਿੰਘ ਓਬਰਾਏ ਹੈ ਜੀ, ਐਡਵੋਕੇਟ ਜੀ। ਸਰ, ਇਹ ਕੇਸ ਦੀ ਕੀ ਖਾਸੀਅਤ ਕੀ ਸੀ ਤੇ ਵਿੱਚ ਕੀ ਮੋੜ ਸੀਗਾ, ਇਹਨੂੰ ਡਿਟੇਲ ਦੱਸੋ। ਸਰ, ਇੱਕ ਪ੍ਰਪੋਜ਼ਲ ਦੇ ਸਾਈਨ ਲੈਕ ਕਰ ਰਹੇ ਸੀ। ਕੱਲ ਅਸੀਂ ਐਸਡੀਐਮ ਸਾਹਿਬ ਨੇ ਸਾਨੂੰ ਦੱਸਿਆ 2 ਵਜੇ ਦੇ ਕਰੀਬ ਕਿ ਤੁਹਾਡਾ ਨੋਮੀਨੇਸ਼ਨ ਪੇਪਰ ਜਿਹੜਾ ਉਹ ਰਿਜੈਕਟ ਹੋ ਚੁੱਕਾ ਹੈ। ਸਾਨੂੰ ਇਹਦੇ 'ਚ ਉਹਨਾਂ ਨੇ ਵਿਦਆਊਟ ਓਪਰਚੁਨਿਟੀ ਆਫ ਹੀਅਰਿੰਗ ਇੱਕ ਆਰਡਰ ਪਾਸ ਕੀਤਾ। ਉਸ ਤੋਂ ਬਾਅਦ ਅਸੀਂ ਇੱਕ ਰੀਪ੍ਰੈਜ਼ੈਂਟੇਸ਼ਨ ਮੂਵ ਕੀਤੀ। ਰੀਪ੍ਰੈਜ਼ੈਂਟੇਸ਼ਨ ਦੇ ਉੱਤੇ 4 ਵਜੇ ਦੇ ਕਰੀਬ ਆਰਡਰ ਹੋਇਆ। 4 ਵਜੇ ਦੇ ਕਰੀਬ ਆਰਡਰ ਸਾਨੂੰ ਨੀਅਰ ਅਬਾਊਟ 6 ਵਜੇ ਦੇ ਕਰੀਬ ਸਾਨੂੰ ਆਰਡਰ ਮਿਲਿਆ। ਆਰਡਰ ਅਸੀਂ ਲੈ ਕੇ ਹਾਈ ਕੋਰਟ ਗਏ ਹਾਂ। ਜਸਟਿਸ ਸੰਜੇ ਕੁਮਾਰ ਤੇ ਆਨਰੇਬਲ ਜਸਟਿਸ ਅਰਚਨਾ ਪੁਰੀ 2 ਜੱਜ ਸਾਹਿਬ ਦੇ ਬੈਂਚ ਨੇ ਇਸ ਇੰਪਿਊਨਡ ਆਰਡਰ ਨੂੰ ਅਸੀਂ ਚੈਲੰਜ ਕੀਤਾ। ਉਸ ਆਰਡਰ ਤੇ ਅੱਜ ਸਵੇਰੇ ਮੈਂਸ਼ਨਿੰਗ ਕਰਕੇ ਸਾਡੇ ਸੀਨੀਅਰ ਵਕੀਲ ਸਾਹਿਬਾਨ ਸਾਡੇ ਨਾਲ ਜਿਨ੍ਹਾਂ ਨੇ ਸਾਰਾ ਕੇਸ ਡਾਇਰੈਕਸ਼ਨ ਜੱਜ ਸਾਹਿਬ ਅੱਗੇ ਦੱਸਿਆ, ਚੇਤਨ ਮਿੱਤਲ ਜੀ, ਬਹਿਸ ਦੇ ਦੌਰਾਨ ਅਸੀਂ ਸਾਰੀ ਗੱਲ ਕਲੀਅਰ ਕੀਤੀ ਕੋਰਟ ਅੱਗੇ। ਅਸੀਂ 2 ਜਜਮੈਂਟ ਜਿਹੜੀਆਂ ਸਾਈਟ ਇੱਥੇ ਵੀ ਕੀਤੀਆਂ ਸੀ, ਉਹੀ ਸੁਪਰੀਮ ਕੋਰਟ ਦੀਆਂ ਬੇਸਿਕ ਲਾਅ ਜਿਹੜਾ ਇੱਧਰ ਵੀ ਦੱਸਿਆ ਸੀ, ਅਸੀਂ ਹਾਈ ਕੋਰਟ ਵੀ ਉਹੀ ਦੱਸਿਆ। ਉਹਦੇ ਚੋਂ ਇੱਕ ਤਾਂ ਹੈਗੀ ਨੰਦੇਸ਼ਾ ਰੈਡੀ ਦੀ ਜਜਮੈਂਟ ਹੈ ਤੇ ਇੱਕ ਹੈਗੀ ਕਮਿਸ਼ਨ ਆਫ ਇੰਡੀਆ ਥਰੂ ਸੈਕਟਰੀ ਦੀ ਜਜਮੈਂਟ ਵਰਸਸ ਅਸ਼ੋਕ ਕੁਮਾਰ। 2 ਜਜਮੈਂਟ ਸੀਗੀਆਂ। ਜਿਹੜਾ ਸੈਟਲਡ ਪ੍ਰਿੰਸੀਪਲ ਆਫ ਲਾਅ ਆ ਵੀ ਜੇ ਕੋਈ ਛੋਟੀ ਮੋਟੀ ਇੱਕ ਕਲੈਰੀਕਲ ਐਰਰ ਹੋਵੇ ਤਾਂ ਉਹਨੂੰ ਇੱਕ ਸਿਰਫ ਉਹਦੇ ਬੇਸ 'ਤੇ ਤੁਸੀਂ ਨੋਮੀਨੇਸ਼ਨ ਪੇਪਰ ਨਹੀਂ ਕੈਂਸਲ ਕਰ ਸਕਦੇ। ਉਹੀ ਜਜਮੈਂਟ ਅਸੀਂ ਆਨਰੇਬਲ ਹਾਈ ਕੋਰਟ ਦੱਸੀ। ਆਨਰੇਬਲ ਹਾਈ ਕੋਰਟ ਜੱਜ ਸਾਹਿਬ ਨੇ ਸਾਨੂੰ ਇੱਕ ਇੰਟਰਿਮ ਡਾਇਰੈਕਸ਼ਨ ਦਿੱਤੀ ਹੈ ਵੀ ਤੁਹਾਡੀ ਗ੍ਰੀਵੈਂਸ ਅਸੀਂ ਸੁਣ ਲਈ ਹੈ, ਹੁਣ ਅਸੀਂ ਸਟੇਟ ਨੂੰ ਨੋਟਿਸ ਕਰਦੇ ਹਾਂ ਕਿਉਂਕਿ ਦੂਸਰਾ ਪੱਖ ਸੁਣਨਾ ਵੀ ਜ਼ਰੂਰੀ ਹੈ। ਉਹਨਾਂ ਨੇ ਸਟੇਟ ਨੂੰ ਨੋਟਿਸ ਕੀਤਾ ਤੇ ਇੱਕ ਇੰਟਰਿਮ ਡਾਇਰੈਕਸ਼ਨ ਦਿੱਤੀ ਹੈ ਸਾਨੂੰ, ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਸਾਨੂੰ ਛੋਟਾ ਰਿਲੀਫ ਦਿੱਤਾ, ਪੂਰਾ ਰਿਲੀਫ ਦੀ ਥਾਂ ਤੇ ਇੰਟਰਿਮ ਰਿਲੀਫ ਦਿੱਤਾ ਕਿ ਤੁਸੀਂ ਇਨ ਦਾ ਮੀਨ ਟਾਈਮ ਜਾਓ ਤੇ ਆਪਣਾ ਨੋਮੀਨੇਸ਼ਨ ਪੇਪਰ ਦੇ ਉੱਤੇ ਸਾਈਨ ਕਰੋ ਜਿਹੜੇ ਲੈਕ ਕਰ ਰਹੇ ਸੀ। ਬੇਸਿਕਲੀ ਇੱਕ ਛੋਟਾ ਕਲੈਰੀਕਲ ਐਰਰ। ਅਸੀਂ ਇਹ ਬੜੇ ਥੈਂਕਫੁਲ ਆ ਵੀ ਕੋਰਟ ਦੇ ਆਰਡਰ ਦੇ ਨਾਲ ਅਸੀਂ ਇੱਥੇ ਆ ਕੇ ਆਪਣਾ ਪੂਰਾ ਕਰ ਲਿਆ। ਅਸੀਂ ਕਨਸਟੀਟਿਊਸ਼ਨ ਤੇ ਹਿੰਦੁਸਤਾਨ ਦੇ ਸੰਵਿਧਾਨ ਹਰ ਇੱਕ ਚੀਜ਼ ਦੇ ਉੱਤੇ ਸਿਸਟਮ ਤੇ ਬਿਲੀਵ ਕਰਦੇ ਹੋਏ ਅਸੀਂ ਆਪਣੇ ਨੋਮੀਨੇਸ਼ਨ ਪੇਪਰ ਦੇ ਉੱਤੇ ਸਾਈਨ ਕਰ ਚੁੱਕੇ ਹਾਂ। ਹੋਰ ਅੱਗੇ ਅਸੀਂ ਆਨਰੇਬਲ ਕੋਰਟ ਦੀ ਡਾਇਰੈਕਸ਼ਨਸ ਦੀ ਪੂਰੀ ਪਾਲਣਾ ਕਰਾਂਗੇ। ਜਿਵੇਂ ਕੋਰਟ ਸਾਨੂੰ ਕਹੂਗੀ ਅਸੀਂ ਉਵੇਂ ਹੀ ਕਰਾਂਗੇ। ਮੌਜੂਦਾ ਪੋਜੀਸ਼ਨ 'ਚ ਕੀ ਹੁਣ ਇਲੈਕਸ਼ਨ ਲੜ ਸਕਦੇ ਨੇ ਪ੍ਰੋਪਰ ਇਹਦੇ 'ਚ? ਸਰ, ਜੋ ਦੇਖੋ ਜੀ, ਅਸੀਂ ਇਲੈਕਸ਼ਨ ਲੜ ਸਕਦੇ ਹਾਂ। ਇਹ ਫਾਈਨਲ ਆਰਡਰ ਜਿਹੜਾ ਹੈ ਉਹ ਆਨਰੇਬਲ ਹਾਈ ਕੋਰਟ ਦਾ ਹੈ ਤੇ ਜੇ ਸਾਈਨ ਹੀ ਹੋ ਗਏ ਜੀ ਤਾਂ ਅੱਗੇ ਅਸੀਂ ਨਹੀਂ ਇਸ ਚੀਜ਼ ਦੇ ਉੱਤੇ ਕੋਈ ਕਮੈਂਟ ਕਰਨਾ। ਆਨਰੇਬਲ ਹਾਈ ਕੋਰਟ ਡਿਸਾਈਡ ਕਰੇਗੀ, ਜੋ ਕੋਰਟ ਦਾ ਆਰਡਰ ਹੋਏਗਾ ਅਸੀਂ ਉਹਦੀ ਕੰਪਲੇਂਸ ਕਰਨੀ ਹੈ। ਸਪੈਸੀਫਿਕ ਮੂੰਹ ਦੇ ਵਿੱਚੋਂ ਇਹਨੂੰ ਕਹਿੰਦੇ ਨਾ ਲਫ਼ਜ਼ ਕੱਢਣ ਵਾਲਾ ਕੰਮ ਅਸੀਂ ਨਹੀਂ ਕਰਨਾ। ਸਾਬੀ ਜੀ, ਤੁਸੀਂ ਜੇ ਕਲੈਰੀਕਲ ਮਿਸਟੇਕ ਸੀ ਇਹ ਤੇ ਤੁਹਾਨੂੰ ਕੀ ਲੱਗਦਾ ਵੀ ਕਲੈਰੀਕਲ ਮਿਸਟੇਕ ਨੂੰ ਕੋਈ ਜ਼ਿਆਦਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਜਾਣਬੁੱਝ ਕੇ ਇੱਥੇ ਜੋ ਕੁਝ ਹੋਇਆ? ਇਸ ਦੇਰ ਐਨੀ ਪੋਲੀਟੀਕਲ ਪ੍ਰੈਸ਼ਰ? ਪੋਲੀਟੀਕਲ ਪ੍ਰੈਸ਼ਰ ਦੇ ਹਿਸਾਬ ਨਾਲ ਦੇਖੋ ਇੱਦਾਂ ਸਾਡਾ ਕੰਮ ਹੈ ਕਿ ਅਸੀਂ ਆਪਣੀ ਜਿਹੜੀ ਗੱਲ ਹੈ ਉਹ ਮਾਨਯੋਗ ਐਸਡੀਐਮ ਸਾਹਿਬ ਤੱਕ ਰੱਖੀ ਹੈ। ਮਾਨਯੋਗ ਐਸਡੀਐਮ ਸਾਹਿਬ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਉਸ ਹਿਸਾਬ ਨਾਲ ਕੀਤਾ ਹੋਣਾ। ਮੈਂ ਉਸ ਵਿਸ਼ੇ 'ਚ ਜ਼ਿਆਦਾ ਨਹੀਂ ਬੋਲ ਸਕਦਾ ਕਿਉਂਕਿ ਉਹ ਚੇਅਰ ਹੈ। ਪਰ ਜੋ ਸਾਨੂੰ ਸਾਡੇ ਕੋਲ ਲੀਗਲ ਏਡ ਜਿਹੜੀ ਹੋਰ ਸੀਗੀ, ਮਾਨਯੋਗ ਹਾਈ ਕੋਰਟ ਜੀ ਦਾ ਆਪਾਂ ਦਰਵਾਜ਼ਾ ਖੜਕਾਇਆ ਤੇ ਸਾਨੂੰ ਉੱਥੋਂ ਰਿਲੀਫ ਮਿਲੀ ਹੈ। ਮੈਂ ਉੱਥੋਂ ਧੰਨਵਾਦ ਕਰਦਾ ਆਪਣੇ ਸਿਸਟਮ ਦਾ, ਸੰਵਿਧਾਨ ਦਾ, ਜਿਨ੍ਹਾਂ ਨੇ ਸਾਨੂੰ ਅੱਗੇ ਦਰਵਾਜ਼ਾ ਇੱਕ ਆਪਸ਼ਨ ਦਿੱਤੀ ਹੈ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਉਹ ਸਾਰੇ ਮੇਰੇ ਵਰਗੇ ਪੀੜਿਤ ਕਿਸੇ ਵੀ ਪਾਰਟੀ ਦੇ ਉਮੀਦਵਾਰ ਹੋ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਹਿੰਦੁਸਤਾਨ ਦੇ ਸੰਵਿਧਾਨ ਤੇ ਯਕੀਨ ਰੱਖਣ ਤੇ ਅੱਗੇ ਜੇਕਰ ਇੱਦਾਂ ਦੇ ਕਿਸੇ ਨਾਲ ਕੋਈ ਵੀ ਧੱਕੇਸ਼ਾਹੀ ਹੁੰਦੀ ਹੈ ਉਹਨੂੰ ਜ਼ਰੂਰ ਚੈਲੰਜ ਕਰਨ। ਸੈਵੀ ਜੀ ਨੂੰ